ਪਿਛਲੇ ਦਿਨ ਹੋਣ ਵਾਲੀ ਬਾਰਿਸ਼ ਦੀ ਵਜ੍ਹਾ ਤੋਂ ਮੌਸਮ ਤੇ ਬੜਾ ਹੀ ਪਿਆਰਾ ਤੇ ਸੁਹਾਨਾ ਹੋਇਆ ਸੀ। ਨਾਲ ਹੀ ਸਾਡੇ ਪਿੰਡ ਦੀਆਂ ਮਸਜਿਦ ਦੀਆਂ ਯੂਨਿਟਾਂ ਵੀ ਸੜ ਗਈਆਂ ਸੀ। ਇੱਕ ਦੋਸਤ ਨੂੰ ਬੁਲਾ ਲਿਆ ਸੀ ਮਸਜਿਦ ਦੇ ਵਿੱਚ, ਜਿਹਨੇ ਉੱਪਰ ਯੂਨਿਟਾਂ ਉਤਾਰਨ ਵਾਸਤੇ ਹੈਲਪ ਕਰਨੀ ਸੀ। ਨਾਲ ਤੇ ਉਹ ਸਾਹਮਣੇ ਸਾਡੀ ਤੋਤੀਆਂ ਖੜੀਆਂ ਨੇ। ਭਾਈ ਕਰਾਮਤ ਉੱਪਰ ਜਾ ਰਿਹਾ ਸੀ ਤੇ ਮੈਂ ਇਸ ਤੋਂ ਬਾਅਦ ਜਾਣਾ ਸੀ ਮਸਜਿਦ ਦੇ ਹਾਲ ਵਿੱਚ ਚੈੱਕ ਕਰਨ ਵਾਸਤੇ ਕਿਹੜੀ ਤੋਤੀ ਖਰਾਬ ਹੈ ਤੇ ਕਿਹੜੀ ਸਹੀ ਹੈਗੀ ਹੈ। ਲੋ ਜੀ, ਹੁਣ ਵਾਰੀ ਆ ਗਈ ਸੀ ਮਸਜਿਦ ਦੇ ਵਿੱਚ ਸੋਚ ਲਾ ਕੇ ਮਾਈਕ੍ਰੋਫੋਨ ਹੱਥ ਫੜ ਕੇ ਤੇ ਸਪੀਕਰਾਂ ਨੂੰ ਚੈੱਕ ਕਰਨ ਦੀ। ਕਰਾਮਤ ਮੀਆਂ ਖੜਾ ਸੀ ਛੱਤ ਦੇ ਉੱਤੇ, ਜਿਹਨੇ ਗੌਰ ਕਰਨਾ ਸੀ ਕਿ ਕਿਹੜੇ ਯੂਨਿਟ ਸਹੀ ਚੱਲ ਰਹੀ ਹੈ ਤੇ ਕਿਹੜੀ ਯੂਨਿਟ ਖਰਾਬ ਹੈਗੀ ਹੈ। ਸਪੀਕਰ ਨੂੰ ਕੀਤਾ ਔਨ ਤੇ ਬਿਸਮਿਲ੍ਲਾਹ ਸ਼ਰੀਫ ਪੜ ਕੇ ਸਲਾਤੁ ਸਲਾਮ ਪੜਿਆ। ਕਰਾਮਤ ਭਾਈ ਜੱਜ ਕਰ ਚੁੱਕੇ ਸੀ ਕਿਹੜੀ ਯੂਨਿਟ ਖਰਾਬ ਹੈ ਤੇ ਕਿਹੜੀ ਸਹੀ ਹੈਗੀ ਹੈ। ਲੋ ਜੀ, ਬੇਲੀ ਆਪਣੇ ਆਪ ਨੂੰ ਮੁਕੰਮਲ ਤੌਰ ਤੇ ਬੈਲੈਂਸ ਕਰਦਾ ਜਾ ਰਿਹਾ ਸੀ ਇਸ ਯੂਨਿਟ ਦੇ ਕੋਲ ਜਿਹੜੀ ਕਿ ਖਰਾਬ ਹੈਗੀ ਸੀ, ਤੇ ਨਾਲ ਹੀ ਇਹਨੂੰ ਜੱਜ ਵੀ ਕਰਦਾ ਪਿਆ ਸੀ ਕਿ ਹੁਣ ਇਹਨੂੰ ਖੋਲਣਾ ਕਿਸ ਤਰ੍ਹਾਂ ਹੈਗਾ ਸੀ। ਖੈਰ, ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਇਹ ਦੱਸਣਾ ਕਿ ਤੁਹਾਡੇ ਇਲਾਕੇ 'ਚ ਮਸਜਿਦ ਦੇ ਯੂਨਿਟਾਂ ਨੂੰ ਕਿਸ ਤਰ੍ਹਾਂ ਬਾਰਿਸ਼ ਤੇ ਪਾਣੀ ਤੋਂ ਬਚਾਇਆ ਜਾਂਦਾ ਹੈ। ਇਹ ਸਾਡੀ ਮਸਜਿਦ ਦਾ ਬੜਾ ਹੀ ਪਿਆਰਾ ਜਿਹਾ ਮੀਨਾਰ ਹੈਗਾ, ਜਿਹੜਾ ਬਹੁਤ ਹੀ ਨਫਾਸਤ ਦੇ ਨਾਲ ਬਣਿਆ ਹੈ। ਚੈੱਕ ਕਰੋ ਕਿਸ ਤਰ੍ਹਾਂ ਦਾ ਬਣਿਆ, ਔਰ ਤੁਹਾਡੀ ਮਸਜਿਦ ਵਿੱਚ ਕਿੰਨੇ ਮੀਨਾਰ ਹੈਗੇ ਨੇ ਕਮੈਂਟਾਂ ਦੇ ਵਿੱਚ ਵੀ ਤੁਸੀਂ ਲਾਜ਼ਮੀ ਦੱਸਣਾ ਹੈ। ਮੇਰੇ ਅੱਬੂ ਹਾਫਿਜ਼ ਮਜ਼ਹਰ ਅਲੀ ਜੋ ਇਸ ਮਸਜਿਦ ਦੇ ਇਮਾਮ ਹੈ ਸੀ, ਅੱਲਾਹ ਪਾਕ ਉਹਨਾਂ ਨੂੰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਮੁਕਾਮ ਅਤਾ ਫਰਮਾਵੇ। 25 ਜੂਨ ਨੂੰ ਇਸ ਦਾਰੇ ਫਾਨੀ ਤੋਂ ਰੁਖਸਤ ਹੋ ਗਏ ਨੇ, ਜਿਸ ਦੀ ਵਜ੍ਹਾ ਤੋਂ ਸਾਰੀਆਂ ਜ਼ਿੰਮੇਵਾਰੀਆਂ ਮੈਨੂੰ ਸੌਂਪ ਦਿੱਤੀਆਂ ਗਈਆਂ ਨੇ। ਦੁਆ ਕਰੋ ਕਿ ਅੱਲਾਹ ਪਾਕ ਜ਼ਿੰਮੇਵਾਰੀਆਂ ਨੂੰ ਬਿਹਤਰ ਅੰਦਾਜ਼ ਦੇ ਨਾਲ ਨਿਭਾਉਣ ਦੀ ਤੌਫੀਕ ਅਤਾ ਫਰਮਾਵੇ। ਕਰਾਮਤ ਭਾਈ ਨੂੰ ਮੈਂ ਮੁਕੰਮਲ ਤੌਰ ਤੇ ਗਾਈਡ ਕਰਦਾ ਪਿਆ ਸੀ ਕਿਸ ਤਰ੍ਹਾਂ ਯੂਨਿਟਾਂ ਨੂੰ ਤੂੰ ਖੋਲਣਾ ਹੈਗਾ ਹੈ, ਕਿਉਂਕਿ ਹਵਾ ਵੀ ਤੇਜ਼ ਸੀ ਔਰ ਇੱਕ ਆਦਨ ਯੂਨਿਟ ਖੋਲਣੀ ਸੀ, ਬੈਲੈਂਸ ਵੀ ਬਰਕਰਾਰ ਰੱਖਣਾ ਸੀ। ਇਸੇ ਵਾਸਤੇ ਫਿਰ ਚੜ ਗਿਆ ਕਰਾਮਤ ਦੂਸਰੇ ਸਟੈਪ ਤੇ। ਕਰਾਮਤ ਮੈਂ ਬਹਿ ਤਾਂ ਸਹੀ ਜਗ੍ਹਾ ਤੇ ਗਿਆ ਸੀ, ਲੇਕਿਨ ਯੂਨਿਟ ਫਿਰ ਵੀ ਨਹੀਂ ਖੁੱਲਦੀ ਪਈ ਸੀ। ਮੇਰੀ ਹੈਲਪ ਦੀ ਜ਼ਰੂਰਤ ਪਈ, ਮੈਂ ਵੀ ਚੜਿਆ ਫਿਰ ਦੂਸਰੇ ਸਟੈਪ ਤੇ ਤੂਤੀ ਨੂੰ ਮੈਂ ਫੜਿਆ, ਕਿਉਂਕਿ ਤੂਤੀ ਬਾਰ-ਬਾਰ ਲੂਜ਼ ਹੋਣ ਦੀ ਵਜ੍ਹਾ ਤੋਂ ਘੁੰਮ ਰਹੀ ਸੀ। ਲੋ ਜੀ, ਮੈਂ ਕੀਤਾ ਜ਼ੋਰ ਕੇ ਕਾਬੂ ਤੇ ਭਾਈ ਯਾਰ ਤੂੰ ਜ਼ੋਰ ਲਾ ਕੇ ਤੇ ਚੂੜੀਆਂ ਨੂੰ ਕੀਤਾ ਲੋਸ, ਤੇ ਯੂਨਿਟ ਇਸ ਟਾਈਮ ਬਿਲਕੁਲ ਮੁਕੰਮਲ ਤੌਰ ਤੇ ਖੁੱਲ ਚੁੱਕੀ ਸੀ। ਯੂਨਿਟ 2 ਮਹੀਨੇ ਪਹਿਲੇ ਇੰਸਟਾਲ ਹੋਈ ਸੀ ਤੇ ਬਾਰਿਸ਼ ਦੀ ਵਜ੍ਹਾ ਤੋਂ ਜਿਹੜੀ ਜਲਦੀ ਖਰਾਬ ਹੋ ਗਈ। ਯੂਨਿਟਾਂ 26,000 ਦੀਆਂ ਦੋ ਲਈਆਂ ਸੀ, ਜਿਹੜੀ ਇੱਕ 13,000 ਦੀ ਸਾਨੂੰ ਪਈ ਹੈ। ਸਾਵਣ ਭਾਦਰੂ ਦੀ ਬਾਰਿਸ਼ਾਂ ਦੇ ਵਿੱਚ ਨੂੰ ਬਚਾਉਣ ਵਾਸਤੇ ਕੀ ਹਰਬਾ ਇਸਤੇਮਾਲ ਕਰਨਾ ਚਾਹੀਦਾ, ਮਸ਼ਵਰਾ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਲਾਜ਼ਮੀ ਦੇ ਕੇ ਜਾਣਾ ਹੈ। ਲੋ ਜੀ, ਯੂਨਿਟ ਨੂੰ ਫੜਿਆ ਤੇ ਮੈਂ ਆ ਗਿਆ ਜਨਾਬ ਪੌੜੀਆਂ ਉਤਰ ਕੇ ਨੀਚੇ। ਉਸ ਤੋਂ ਬਾਅਦ ਮੈਂ ਜਾਣਾ ਸੀ ਉਸ ਕਾਰੀਗਰ ਦੇ ਕੋਲ, ਜਿੰਦੇ ਕੋਲ ਇਸ ਮਸਜਿਦ ਦੀਆਂ ਯੂਨਿਟਾਂ ਪਹਿਲੇ ਵੀ ਬਣਦੀਆਂ ਰਹਿੰਦੀਆਂ ਨੇ। ਗਰੂਬ ਆਫਤਾਬ ਦੇ ਇਸ ਪਿਆਰੇ ਜਿਹੇ ਮੰਜ਼ਰ ਨੂੰ ਵੇਖਦੇ ਹੋਏ ਮੋਟਰਸਾਈਕਲ ਛੇਕ ਵਜਾਈ ਮੈਂ ਅੱਡਾ 50 ਵਾਲੀ ਸਾਈਡ ਦੇ ਉੱਤੇ। ਬੇਲੀਏ ਸਾਵਣ ਭਾਦਰੂ ਦੇ ਮੌਸਮ ਦੇ ਵਿੱਚ ਤੁਹਾਨੂੰ ਪਤਾ ਜਿਵੇਂ ਬਾਰਿਸ਼ਾਂ ਹੁੰਦੀਆਂ ਨੇ, ਇਸੇ ਤਰ੍ਹਾਂ ਸੱਪ ਸਲੂੰਗ ਦਾ ਮੌਸਮ ਵੀ ਹੈਗਾ। ਤੇ ਭਾਈ ਸਾਹਿਬ ਦੀ ਦੁਕਾਨ ਦੇ ਵਿੱਚ ਵੀ ਸੱਪ ਨਿਕਲੇ ਸੀ, ਜਿਸ ਵਾਸਤੇ ਇਹਨੇ ਕਰ ਲਈ ਸੀ ਸੈਟਿੰਗ ਚੇਂਜ। ਦਰਜੀ ਹੈਗਾ ਦੁਕਾਨ ਆਪਣੀ ਤੇ ਅਕਸਰ ਕਾਜ ਕੁਝ ਕਰਾਉਣ ਵੀ ਆਉਂਦਾ ਹੈਗਾ। ਰਾਤ ਜਾਂਦੇ ਹੀ ਮੈਨੂੰ ਟੱਕਰ ਗਿਆ ਸੀ, ਜਿਸ ਵਾਸਤੇ ਇਹਨੇ ਮੈਨੂੰ ਆਪਣੀ ਮੁਕੰਮਲ ਦੁਕਾਨ ਦੀ ਸੈਟਿੰਗ ਵਿਖਾਈ ਤੇ ਨਾਲ ਹੀ ਥੋੜੀ ਬਹੁਤੀ ਅਸੀਂ ਗੱਪਸ਼ਪ ਲਾਈ। ਅੱਧਾ ਘੰਟਾ ਗੱਪਸ਼ਪ ਲਾਉਣ ਤੋਂ ਬਾਅਦ ਹੁਣ ਵਾਰੀ ਆ ਗਈ ਸੀ ਅੱਗੇ ਉਸ ਦੁਕਾਨ ਦੇ ਕਾਰੀਗਰ ਕੋ ਪਹੁੰਚਣ ਦੀ, ਜਿੰਦੇ ਕੋਈ ਯੂਨਿਟਾਂ ਸੈੱਟ ਕਰਵਾਉਣੀਆਂ ਸੀ। ਕੋ ਬੇਲੀ ਸਵੇਰ ਦਾ ਇੱਕੇ ਵਾਰੀ ਫਿਕਰ ਮੁਕਾਈ ਜਾਂਦਾ, ਪੱਠੇ ਪੁੱਠੇ ਲੈ ਕੇ ਤੇ ਇਹਦੇ ਬੇਲੀ ਦੇ ਕੋਲੋਂ ਲੰਘਦਿਆਂ ਲਗਾਉਂਦੇ ਅਸੀਂ ਮੋਟਰਸਾਈਕਲ ਤੇ ਡੱਕੀ ਆ ਕੇ ਦੁਕਾਨ ਤੇ ਉਸਤਾਦ ਰੇੜੀ ਪਹਿਲੇ ਹੀ ਖੋਲੀ ਖਲੋਤਾ ਸੀ, ਜਿੰਦੇ ਕੋਲ ਅਸੀਂ ਪਹੁੰਚ ਕੇ ਯੂਨਿਟ ਇਹਦੇ ਹਵਾਲੇ ਕਰਨੀ ਸੀ। ਇਹ ਜੀ ਉਸਤਾਦ ਨਵੀਦ, ਜਿਹੜਾ ਆਪਣੀ ਸਕਿੱਲ ਦੇ ਵਿੱਚ ਮੁਕੰਮਲ ਮਾਸਟਰ ਮਾਈਂਡ ਹੈਗਾ। ਉਸਤਾਦ ਨਵੀਦ ਦੇ ਹਵਾਲੇ ਯੂਨਿਟਾਂ ਵੀ ਕਰ ਦਿੱਤੀਆਂ ਸੀ ਤੇ ਨਾਲ ਹੀ ਇੱਕ ਉਜਰਤ ਦੇ ਤੌਰ ਤੇ ਨੀਲਾ ਨੋਟ ਵੀ ਫੜਾ ਦਿੱਤਾ। 50 ਵੀ ਅੱਡੇ ਦੇ ਉੱਤੇ ਬਣੇ ਆਫਾ ਸੁਪਰ ਸਟੋਰ ਤੇ ਪਹੁੰਚਾ ਮੈਂ ਮਸਜਿਦ ਦੇ ਹਾਲ ਔਰ ਸੇਨ ਵਾਸਤੇ ਝਾੜੂ ਲੈਣ ਲਈ, ਜਿੱਥੇ ਮੈਨੂੰ ਝਾੜੂ ਨਾ ਮਿਲ ਸਕੇ ਕਿਉਂਕਿ ਇਹਨਾਂ ਦੇ ਕੋਲ ਝਾੜੂ ਹੈਗੇ ਸੀ ਸ਼ਾਰਟ। ਇਧਰ ਨੂੰ ਮੈਂ ਪਹੁੰਚਾ 50 ਵੀ ਪਿੰਡ ਦੇ ਮੇਨ ਚੌਕ ਦੇ ਵਿੱਚ ਭੱਟੀ ਕਰਿਆਨਾ ਸਟੋਰ ਤੇ, ਜਿੱਥੋਂ ਆ ਕੇ ਮੈਂ ਲੈਣੇ ਸੀ ਮਸਜਿਦ ਦੇ ਵਾਸਤੇ ਝਾੜੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਅੱਜ ਦਾ ਵਲੌਗ ਤੁਹਾਨੂੰ ਕਿਹਦਾ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਜੀ। ਅੱਲਾਹ ਹਾਫਿਜ਼।